ਸੰਵਿਧਾਨ ਨਿਰਮਾਤਾ ਬਾਬਾ ਸਾਹਿਬ BR ਅੰਬੇਦਕਰ ਜੀ। ਇਹ ਜਿੱਦਾਂ ਦਾ ਸ਼ਬਦ ਹੈ, ਜੇਕਰ ਇਸ ਸ਼ਬਦ ਦਾ ਅਨੁਸਰਨ ਕਰੀਏ ਅਸੀਂ ਤਾਂ ਇੱਦਾਂ ਲੱਗਦਾ ਕਿ ਇੱਕ ਜ਼ਿੰਦਗੀ ਨਹੀਂ ਕਈ ਜ਼ਿੰਦਗੀਆਂ ਲੱਗ ਜਾਣਗੀਆਂ। ਲੇਕਿਨ ਬਾਬਾ ਸਾਹਿਬ ਦਾ ਪੂਰੀ ਤਰ੍ਹਾਂ ਨਾਮ ਲੈਂਦਿਆਂ ਜੇਕਰ ਉਹਨਾਂ ਦੀ ਜ਼ਿੰਦਗੀ ਵੱਲ ਝਾਤ ਮਾਰੀਏ ਤਾਂ ਇੱਦਾਂ ਲੱਗਦਾ ਹੈ ਕਿ ਕਈ ਸਦੀਆਂ ਲੱਗ ਜਾਣਗੀਆਂ ਉਹਨਾਂ ਦੇ ਕੀਤੇ ਹੋਏ ਕਾਰਜਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ। ਇੱਕ ਅਜਿਹੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਸਮਾਜ ਦੇ ਉਸ ਵਰਗ ਵਾਸਤੇ ਜਿਨ੍ਹਾਂ ਨੂੰ ਨਾ ਪਾਣੀ ਭਰਨ ਦੀ ਇਜਾਜ਼ਤ ਹੁੰਦੀ ਸੀ, ਨਾ ਚੰਗੇ ਕੱਪੜੇ ਪਾਉਣ ਦੀ ਇਜਾਜ਼ਤ ਹੁੰਦੀ ਸੀ, ਨਾ ਚੰਗਾ ਖਾਣ ਦੀ ਇਜਾਜ਼ਤ ਹੁੰਦੀ ਸੀ, ਨਾ ਆਪਣੀ ਕੁੱਲੀ ਦੇ ਉੱਤੇ ਪੱਕੀ ਇੱਟ ਲਾਉਣ ਦੀ ਇਜਾਜ਼ਤ ਹੁੰਦੀ ਸੀ। ਉਹਨਾਂ ਸਮਿਆਂ ਦੇ ਵਿੱਚ ਇੱਕ ਯੁੱਗ ਪੁਰਸ਼ ਪੈਦਾ ਹੋਇਆ। ਉਹਨਾਂ ਸਮਿਆਂ ਦੇ ਵਿੱਚ ਇੱਕ ਅਜਿਹੇ ਇਨਸਾਨ ਨੇ ਆਪਣੀ ਆਮਦ ਦੇ ਨਾਲ ਪੂਰੇ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ। ਔਰਤ ਚਾਹੇ ਦਲਿਤ ਦੀ ਹੋਵੇ ਚਾਹੇ ਸਵਰਨ ਦੀ ਹੋਵੇ, ਔਰਤ ਨੂੰ ਔਰਤ ਮੰਨਿਆ ਜਾਂਦਾ ਸੀ। ਔਰਤ ਨੂੰ ਅਜਿਹਾ ਰੂਪ ਦਿੱਤਾ ਗਿਆ ਸੀ ਕਿ ਉਹ ਸਿਵਾਏ ਇੱਕ ਡੰਮੀ ਹੋ ਇਨਸਾਨ ਤੋਂ ਇਲਾਵਾ ਹੋਰ ਕੁਛ ਨਹੀਂ ਸੀ ਮੰਨਿਆ ਜਾਂਦਾ। ਉਹਨਾਂ ਨੂੰ ਉਹਨਾਂ ਦੇ ਹੱਕ ਦਿੱਤੇ, ਉਹਨਾਂ ਨੂੰ ਇੱਕ ਕਾਬਲੀਅਤ ਦਿੱਤੀ, ਉਹਨਾਂ ਨੂੰ ਇੱਕ ਅਜਿਹੀ ਡਾਇਰੈਕਸ਼ਨ ਦਿੱਤੀ ਕਿ ਉਸ ਡਾਇਰੈਕਸ਼ਨ 'ਤੇ ਚੱਲ ਕੇ ਅੱਜ ਸਾਨੂੰ ਮਾਣ ਹੁੰਦਾ ਹੈ ਜਦੋਂ ਅਸੀਂ ਮਹਿਲਾ ਦਿਵਸ ਮਨਾਉਂਦੇ ਹਾਂ। ਅਤੇ ਮਹਿਲਾ ਦਿਵਸ ਮਨਾਉਣ ਦਾ ਅਸਲੀ ਜੇ ਸ਼੍ਰੇਅ ਜਾਂਦਾ ਹੈ ਉਹ ਬਾਬਾ ਸਾਹਿਬ ਨੂੰ ਜਾਂਦਾ ਹੈ। ਕਦੀ ਕਿਸੇ ਨੇ ਸੋਚਿਆ ਕਿ ਉਹਨਾਂ ਨੂੰ ਬਾਬਾ ਸਾਹਿਬ ਕਿਉਂ ਕਿਹਾ ਗਿਆ? ਉਹਨਾਂ ਨੂੰ ਸਮਾਜ ਦੇ ਹਰ ਵਰਗ ਦੇ ਲੋਕ ਬਾਬਾ ਸਾਹਿਬ ਕਿਉਂ ਕਹਿੰਦੇ ਨੇ? ਕਿਉਂਕਿ ਉਹਨਾਂ ਨੇ ਇੱਕ ਛੋਟੀ ਜਿਹੀ ਜ਼ਿੰਦਗੀ ਦੇ ਵਿੱਚ ਅਜਿਹੇ ਕੰਮ ਕਰਤੇ ਜਿਹਦੇ ਵਿੱਚ ਇੱਕ ਹਿੰਦੀ ਦੀ ਲੋਕੋਕਤੀ ਆਉਂਦੀ ਆ ਕਿ ਗਾਗਰ ਮੇਂ ਸਾਗਰ ਭਰ ਦੇਣਾ। ਉਹਨਾਂ ਨੇ ਅਜਿਹੇ ਕੰਮ ਕੀਤੇ, ਅਜਿਹੀ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਅਧਿਐਨ ਕੀਤਾ ਅਤੇ ਉਹਨਾਂ ਯੂਨੀਵਰਸਿਟੀਜ਼ ਦੇ ਵਿੱਚ ਹਿੰਦੁਸਤਾਨ ਦੀ ਉਸ ਦੱਬੀ ਕੁਚਲੀ ਆਵਾਜ਼ ਨੂੰ ਇੱਕ ਬੁਲੰਦੀ ਦੇ ਉੱਤੇ ਲਿਜਾ ਕੇ ਉਹਨਾਂ ਦੇ ਹੱਕਾਂ ਦੀ ਮੰਗ ਕੀਤੀ। ਔਰ ਉਹਦਾ ਕਾਰਨ ਇਹ ਸੀ ਅੰਗਰੇਜ਼ ਬ੍ਰਿਟਿਸ਼ ਹਕੂਮਤ ਨੇ ਜੋ ਉਹਨਾਂ ਦੀਆਂ ਦਿੱਤੀਆਂ ਹੋਈਆਂ ਗੱਲਾਂ ਨੂੰ ਐਜ਼ ਇਟ ਇਜ਼ ਹੀ ਪ੍ਰਵਾਨ ਚੜ੍ਹਾਇਆ। ਸੰਨ 1947 'ਚ ਹਿੰਦੁਸਤਾਨ ਆਜ਼ਾਦ ਤਾਂ ਹੋਇਆ, ਲੇਕਿਨ ਉਹਨਾਂ ਦੀ ਆਜ਼ਾਦੀ ਤੋਂ ਪਹਿਲਾਂ ਹੀ ਬਾਬਾ ਸਾਹਿਬ ਨੇ ਦਲਿਤ ਅਤੇ ਅਜਿਹੇ ਵਰਗ ਜਿਹਨੂੰ ਅਸੀਂ ਦੱਬਿਆ ਕੁਚਲਿਆ ਗਰੀਬ ਔਰ ਔਰਤਾਂ ਦਾ ਵਰਗ ਵੀ ਕਿਹਾ ਜਾਂਦੇ, ਉਸ ਵਰਗ ਵਾਸਤੇ ਉਹਨਾਂ ਨੇ ਆਜ਼ਾਦੀ ਤੋਂ ਪਹਿਲਾਂ ਦੀ ਇੱਕ ਮੁਹਿੰਮ ਚਲਾਤੀ ਸੀ ਔਰ ਜਿਸ ਦਾ ਭਰਵਾਂ ਹੁੰਗਾਰਾ ਮਿਲਿਆ। ਔਰ ਜਦੋਂ ਉਹ ਸਾਰੇ ਸੰਘਰਸ਼ ਇਕੱਠੇ ਹੋ ਗਏ ਅਤੇ ਸੰਨ 1947 ਵਿੱਚ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ। ਔਰ ਸਫ਼ਰ ਇੱਥੋਂ ਤੱਕ ਨਹੀਂ ਠਹਿਰਿਆ। ਸਫ਼ਰ ਉਹਨਾਂ ਦਾ ਇੱਥੋਂ ਤੱਕ ਇਸ ਲਈ ਨਹੀਂ ਠਹਿਰਿਆ ਕਿਉਂਕਿ ਉਸ ਤੋਂ ਬਾਅਦ ਇੱਕ ਅਜਿਹਾ ਕੰਮ ਕਰਨਾ ਸੀਗਾ ਜਿਸ ਦੇ ਨਾਲ ਅੱਜ ਸਾਰਾ ਹਿੰਦੁਸਤਾਨ ਦਾ ਕੋਨਾ ਕੋਨਾ ਉਸ ਕੰਮ ਦੇ ਨਾਲ ਚੱਲਦਾ। ਉਹ ਹੈ ਹਿੰਦੁਸਤਾਨ ਦੀ ਪਾਕ ਪਵਿੱਤਰ ਕਿਤਾਬ ਜਿਸ ਨੂੰ ਭਾਰਤ ਦਾ ਸੰਵਿਧਾਨ ਕਿਹਾ ਜਾਂਦਾ। ਸੰਵਿਧਾਨ ਨਿਰਮਾਤਾ ਸੰਵਿਧਾਨ ਨੂੰ ਜਦੋਂ ਬਣਾਉਣਾ ਸੀ, ਕਿਹੜੇ ਵਰਗ ਨੂੰ ਕਿੱਥੇ ਰੱਖਣਾ, ਕਿਹੜੀਆਂ ਚੀਜ਼ਾਂ ਨੂੰ ਕਿੱਥੇ ਲਿਖ ਜਾਣਾ ਔਰ ਕਿਹੜੇ ਕਾਨੂੰਨ ਬਣਾਉਣੇ ਔਰ ਉਸ ਦਾ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਵੱਖ-ਵੱਖ ਵਰਗਾਂ ਦੇ ਵਿੱਚ ਕੀ ਅਸਰ ਪੈਣਾ, ਉਸ ਦੇ ਗਿਆਤਾ ਹੋਣ ਦੇ ਬਾਵਜੂਦ ਉਹਨਾਂ ਨੇ ਉਸ ਨੂੰ ਇੱਕ ਕਿਤਾਬ ਦੀ ਸ਼ਕਲ ਦੇ ਰੂਪ ਵਿੱਚ ਦਿੱਤਾ ਜਿਹਨੂੰ ਅੱਜ ਪੂਰਾ ਹਿੰਦੁਸਤਾਨ ਮੰਨਦਾ। ਸਲਿਊਟ ਹੈ ਉਸ ਮਹਾਂਪੁਰਸ਼ ਨੂੰ। ਅਸੀਂ ਅੱਜ ਤਹਿ ਦਿਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਅਤੇ ਇਹ ਪ੍ਰਣ ਕਰਦੇ ਹਾਂ ਕਿ ਬਾਬਾ ਸਾਹਿਬ ਜੋ ਤੁਸੀਂ ਸਿੱਖਿਆਵਾਂ ਸਾਨੂੰ ਦੇ ਗਏ ਜੇ ਔਰ ਸੰਵਿਧਾਨ ਦੇ ਰੂਪ ਦੇ ਵਿੱਚ ਜਿਹੜੀ ਕਿਤਾਬ ਤੁਸੀਂ ਸਾਨੂੰ ਦੇ ਗਏ ਜੇ, ਅਸੀਂ ਉਸ ਨੂੰ ਇੱਕ ਪਵਿੱਤਰ ਕਿਤਾਬ ਦੇ ਰੂਪ ਦੇ ਵਿੱਚ ਇੱਕ ਗ੍ਰੰਥ ਦੇ ਰੂਪ 'ਚ ਮੰਨੀਏ ਅਤੇ ਇੱਕ ਭਾਰਤ ਵਾਸੀ ਹੋਣ ਦੇ ਨਾਤੇ ਉਸ ਸੰਵਿਧਾਨ ਨੂੰ ਇੱਕ ਗ੍ਰੰਥ ਦਾ ਰੂਪੀ ਜਾਮਾ ਪਹਿਨਾ ਕੇ ਅਸੀਂ ਉਹਦੀ ਪੂਜਾ ਕਰੀਏ ਅਤੇ ਉਸ ਦੀਆਂ ਦਿੱਤੀਆਂ ਹੋਈਆਂ ਗਾਈਡਲਾਈਨਸ ਨੂੰ ਫੋਲੋ ਕਰਕੇ ਆਪਣੀ ਜ਼ਿੰਦਗੀ ਜੀਏ। ਮੈਂ ਚੇਤਨ ਜੋਸ਼ੀ ਅੱਜ ਦੇ ਇਸ ਦਿਹਾੜੇ 'ਤੇ ਇਹ ਮਹਾਂ ਨਿਰਵਾਣ ਕਿਉਂ ਕਿਹਾ ਗਿਆ? ਮਹਾਤਮਾ ਬੁੱਧ ਤੋਂ ਬਾਅਦ ਨਿਰਵਾਣ ਸ਼ਬਦ ਸਿਰਫ ਬਾਬਾ ਸਾਹਿਬ ਦੀ ਇਸ ਦਿਹਾੜੇ ਦੇ ਉੱਤੇ ਕਿਹਾ ਗਿਆ। ਕਾਰਨ ਕੀ ਹੈ? ਨਿਰਵਾਣ ਦਾ ਮਤਲਬ ਹੁੰਦਾ ਹੈ ਕਿ ਇਨਸਾਨ ਨੇ ਜ਼ਿੰਦਗੀ ਦੇ ਵਿੱਚ ਅਜਿਹੇ ਕਰਮ ਕੀਤੇ ਹੈ ਕਿ ਅਸੀਂ ਉਹਨੂੰ ਮਰਿਆ ਨਹੀਂ ਕਹਿ ਸਕਦੇ, ਅਸੀਂ ਉਹਨੂੰ ਜੱਗ 'ਚੋਂ ਅਲਵਿਦਾ ਵਾਲਾ ਇਨਸਾਨ ਨਹੀਂ ਕਹਿ ਸਕਦੇ। ਇਹ ਨਿਰਵਾਣ ਸ਼ਬਦ ਬਹੁਤ ਉੱਚਾ ਸ਼ਬਦ ਹੈ ਜਿਸ ਦੀ ਵਰਤੋਂ ਅਸੀਂ ਬਾਬਾ ਸਾਹਿਬ ਵਾਸਤੇ ਕਰਦੇ ਹਾਂ।